बिस्मिल्लाहिर्रहमानिर्रहीम अस्सलामु अलैकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज मैं आपको एक और 100 भैंसों के फार्म पे लेके आया हूँ। इस फार्म के ओनर की तजर्बा इस फील्ड में काफ़ी है। उन्होंने भैंसें रखना उस वक्त शुरू की थी जब एक भैंस की कीमत 35,000 हुआ करती थी और आजकल कीमतें आपके सामने हैं। तो हम इनसे बहुत सारी मालूमात का अहाता करने की कोशिश करेंगे मुख्तसर वक़्त में, और इस वीडियो में इंशाअल्लाह अगर आप नए फार्मर हैं या पुराने, आपको कुछ ना कुछ नया देखने को ज़रूर मिलेगा। वीडियो के साथ साथ आपको फार्म का विज़िट भी करवाया जाएगा और साथ साथ हम इंटरव्यू भी लेंगे। तो प्रॉपर वीडियो स्टार्ट करने से पहले आपको याद करवाना चाहूँगा कि अगर आप हमारे चैनल पर नए हैं या अभी तक आपने हमारा चैनल सब्सक्राइब नहीं किया तो जल्दी से चैनल को सब्सक्राइब करके बेल आइकन दबाएं ताकि हर नई आने वाली वीडियो की इत्तला आप तक बर वक्त पहुँच सके। तो चलें वीडियो प्रॉपरली स्टार्ट करते हैं। अस्सलाम वालेकुम। वालेकुम सलाम। भाईजान की हाल चाल है? अल्लाह दा करम भाईजान। भाईजान अपना तारफ करा दिया जी। मेरा नाम शाकर अली जी। शाकर अली? हाँ जी। जी शाकर भाई, इलाका केड़ा अपना? भल्लो वाली सियालकोट। हाँ जी। शाकर भाई किन्ने जानवर रखे जे? जानवर है जे कोई 100 मज्जां ही ने या विच गाइयां भी ने? 2 मगाइयां ने विच। 2 गाइयां बाकी मज्जां? हाँ जी। माशाअल्लाह। भाईजान किन्ने घर से तू जानवर रखे जे? भाईजान तकरीबन जदों 35-40 हज़ार रुपये तक राही मैं उदों दे रखे। ते हुण अजकल मज दी औसतन कीमत किन्नी है जेह्ड़ी उदों 30-35 दी लभदी सी? हुण 2.5 पौने 3 इत्थों तक। ठीक है। अच्छा भाई यह दसो कि तुसी किन्ने बंदे आ मज्जां नूं संभालदे हो कि 100 मज्जां नूं? 10 बंदे। 10 बंदे? हाँ जी। 10 दे 10 आपस च हो या लेबर है? 5 असीं भाई हाँ। ठीक है। ते 5 मुलाजम ने, कदे 6 हो जांदे ने कदे 5 हो जांदे। ठीक है। अच्छा यह दसो कि तुहाडे 100 जानवरां चों दुध किन्ने दिंदे ने ते दुध किन्ने नहीं दिंदे? 20 को मैयां दुध नहीं देनियां, 80 मैयां देनियां। 80 दिंदियां ने? हाँ जी। ਜਿਹੜੀਆਂ ਮੱਝਾਂ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ ਅੱਜਕੱਲ ਦੁੱਧ ਦੇ ਰਹੀਆਂ ਨੇ ਉਹ ਕਿੰਨਾ ਕੁ ਦੇ ਰਹੀਆਂ ਨੇ? ਇਹਨਾਂ 17-18 ਸਿਰ। 17-18 ਸਿਰ? ਹਾਂਜੀ। ਅੱਜ ਤੁਹਾਡੀ ਧਾਰ ਦਾ ਟਾਈਮ ਹੈ ਤੇ ਕਿਸੇ ਤੇ ਨਜ਼ਰ ਵੱਜੇਗੀ, ਕਿਉਂਕਿ ਅਕਸਰ ਨਾਜ਼ਰੀਨ ਆਂਦੇ ਹੁੰਦੇ ਨੇ ਕਿ ਤੁਸੀਂ ਪੁੱਛ ਲੈਂਦੇ ਹੋ ਲੇਕਿਨ ਤੁਸੀਂ ਕਦੀ ਵਹਾਇਆ ਤੇ ਹੈ ਨਹੀਂ। ਅਸੀਂ ਕਿਵੇਂ ਵੱਜੇਗੀ ਨਜ਼ਰ ਵੱਜੇਗੀ? ਹਾਂਜੀ। ਜ਼ਬਰਦਸਤ। ਅੱਛਾ ਭਈ ਇਹ ਦੱਸੋ ਕਿ ਤੁਹਾਡੇ ਇਹ ਜਾਨਵਰਾਂ ਦਾ ਟੋਟਲ ਖਰਚਾ ਕਿੰਨਾ ਆ ਜਾਂਦਾ ਖਿਲਾਣ ਪਿਲਾਣ ਦਾ 100 ਮੱਝਾਂ ਤੇ ਰੋਜ਼ਾਨਾ ਦਾ, ਲੇਬਰ ਦਾ ਤੇ ਖਿਲਾਣ ਪਿਲਾਣ ਦਾ ਤੇ ਵੰਡੇ ਦਾ ਸਾਰਾ ਮਿਲਾ ਕੇ ਦੱਸਿਓ। ਤਕਰੀਬਨ 30 ਕੋ 35,000 ਆ ਜਾਂਦਾ। 30-35,000 ਆ ਜਾਂਦਾ ਹੈ? ਹਾਂ। ਅੱਛਾ ਭਾਈ ਤੁਹਾਡੀ ਫਿਰ ਫੀ ਮੱਝ ਦਾ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ ਹੈ? 250 ਆ ਜਾਂਦਾ ਜਨਾਬ। ਇੱਕ ਮੱਝ ਦਾ ਔਸਤਨ? ਹਾਂਜੀ। ਠੀਕ ਹੈ। ਵੰਡਾ ਤੁਸੀਂ ਸਾਰੀਆਂ ਮੱਝਾਂ ਨੂੰ ਪਾਉਂਦੇ ਹੋ ਜਾਂ ਸਿਰਫ ਸੂਈਆਂ ਮੱਝਾਂ ਨੂੰ ਪਾਉਂਦੇ ਹੋ? ਨਹੀਂ, ਸੂਈਆਂ ਮੱਝਾਂ ਨੂੰ ਜ਼ਿਆਦਾ ਪਾ ਲਈਦਾ, ਕੋਈ ਬਾਲਟੀ ਦੂਜੀਆਂ ਸੂਣ ਵਾਲੀਆਂ ਨੂੰ ਵੀ ਪਾਈਦਾ। ਠੀਕ ਹੈ। ਅੱਜ ਕੱਲ੍ਹ ਜਿਹੜਾ ਤੁਸੀਂ ਵੰਡਾ ਪਾ ਰਹੇ ਹੋ ਸੂਈ ਮੱਝੀ ਨੂੰ ਕਿੰਨਾ ਕੁ ਪਾਉਂਦੇ ਹੋ, ਯਾਨੀ ਕਿ ਇੱਕ ਮੱਝ ਨੂੰ ਕਿੰਨਾ ਕੁ ਪਾ ਛੱਡਦੇ ਹੋ ਜਿਹੜੀ ਦੁੱਧ ਦਿੰਦੀ ਹੈ, ਕਿਸ ਹਿਸਾਬ ਨਾਲ ਪਾਉਂਦੇ ਹੋ? ਭਾਜੀ 3 ਕਿਲੋ ਜਿਹੜਾ ਨਾ ਖਾਲ ਆਉਂਦੀ ਉਹਨਾਂ ਦੇ ਹਿੱਸੇ ਟੁੱਕਰ ਤੇ ਖਾਲ, 2-2.5 ਕਿਲੋ ਤੂੜੀ, 5 ਕਿਲੋ ਵੰਡਾ ਆ ਜਾਂਦਾ ਸਾਰਾ ਰਾਤ ਸੂਏ ਡੰਗਰ। ਹਾਂਜੀ। ਤੇ ਜਿਹੜਾ ਸੂਆ ਨਹੀਂ ਉਹਦੇ ਹਿੱਸੇ 'ਚ ਕਿੰਨਾ ਪੈਂਦਾ? ਉਹਦੇ 'ਚ ਇੰਨਾ ਹੀ ਸਿਰਫ ਬਾਲਟੀ ਸੁੱਟਨੇ ਆ, ਜਿੰਨਾ ਖਾ ਲੈਣ। ਸੂਣ ਵਾਲੀਆਂ ਵੱਖਰੀਆਂ ਹੁੰਦੀਆਂ। ਸੂਣ ਵਾਲੀਆਂ ਵੱਖਰੀਆਂ ਬਣੀਆਂ ਨੇ ਤੇ ਸੂਈਆਂ ਵੱਖਰੀਆਂ ਬਣੀਆਂ। ਹਾਂਜੀ। ਠੀਕ ਹੈ। ਤੁਸੀਂ ਇਹ ਦੱਸੋ ਕਿ ਤੁਹਾਡੇ ਜਾਨਵਰਾਂ ਦੀ ਰੋਜ਼ਾਨਾ ਦੀ ਰੂਟੀਨ ਕੀ ਹੈ, ਯਾਨੀ ਕਿਸ ਟਾਈਮ ਤੁਸੀਂ ਇਹਨਾਂ ਨੂੰ ਪਾਣੀ ਪਿਲਾਉਂਦੇ ਹੋ, ਕਿਸ ਟਾਈਮ ਇਹਨਾਂ ਨੂੰ ਚਾਰਾ ਦਿੰਦੇ ਹੋ, ਕਿੰਨੀ ਦਫਾ ਨਹਿਲਾਉਂਦੇ ਹੋ, ਕਿਸ ਟਾਈਮ ਕਿਹੜਾ ਕੰਮ ਕਰਦੇ ਹੋ? ਸੁਬਾਹ ਧਾਰਾਂ ਕੱਢ ਕੇ 7 ਵੱਜ ਜਾਂਦੇ ਨੇ। ਜੀ। ਇੱਕ ਵਾਰ ਉਦੋਂ ਪਾਣੀ ਡਾਈਦਾ। ਠੀਕ ਹੈ। ਫਿਰ 12 ਵਜੇ ਨਾਲ ਪੱਠੇ ਪੁੱਠੇ ਕੁਤਰ ਕੇ ਜੀ ਖੁਰਲੀਆਂ 'ਚ ਪੱਠੇ ਸੁੱਟੀਦੇ ਨੇ। ਠੀਕ ਹੈ। ਫਿਰ ਇਹਨਾਂ ਨੂੰ ਤਲਾਅ 'ਚ ਛੱਡੀਦਾ। ਠੀਕ ਹੈ। ਫਿਰ ਪਾਣੀ ਪੀਣੀਆਂ ਨੇ। ਫਿਰ ਇਸ ਟਾਈਮ 2-2:30 ਵਜੇ ਨਾਲ ਜਿਹੜਾ ਨਾ ਜੀ ਫਿਰ ਪੱਠੇ ਪਾਉਣ ਲੱਗ ਪਈਦਾ। ਠੀਕ ਹੈ। ਤੇ ਨਾਲੋਂ ਨਾਲ ਮਈਆਂ ਨਵਾਈ ਜਾਈਦੀ। ਠੀਕ ਹੈ। ਪਾਣੀ ਡਾਈ ਜਾਈਦਾ। ਤੇ ਪੱਠੇ 2-2:30 ਵਜੇ ਨਾਲ ਪਾਉਣ ਲੱਗ ਪਈਦਾ। ਤੇ ਉਸ ਤੋਂ ਬਾਅਦ ਫਿਰ ਨਹੀਂ ਪਾਣੇ? ਨਹੀਂ, ਉਸ ਤੋਂ ਬਾਅਦ ਜਦੋਂ ਨਵਾਈ ਜਾਣੀਆਂ ਨੇ ਨਾਲ ਫਿਰ ਖੁਰਲੀਆਂ ਭਰੀ ਜਾਣੀਆਂ ਨੇ। ਠੀਕ ਹੈ। ਚਰਾਈ ਵੀ ਕਰਾਉਂਦੇ ਹੋ? ਨਹੀਂ, ਚਰਾਈ ਤੋਂ ਬਗੈਰ ਹੀ ਸੰਭਾਲਦੇ ਹੋ? ਹਾਂਜੀ। ਠੀਕ ਹੋ ਗਿਆ। ਅੱਛਾ ਭਾਈ ਇਹ ਦੱਸੋ ਕਿ ਤੁਸੀਂ ਇੰਨੇ ਸਾਲਾਂ ਤੋਂ ਮੱਝਾਂ ਰੱਖੀਆਂ ਨੇ, ਇਹ ਜਿਹੜਾ ਤੁਸੀਂ ਅਰਸੇ ਦੀ ਗੱਲ ਕਰਦੇ ਹੋ ਕਿ ਮੇਰਾ ਖਿਆਲ ਹੈ ਕਿ 2003-4 ਦੇ ਅੱਗੇ ਪਿੱਛੇ ਮੱਝਾਂ ਦਾ ਰੇਟ 35-40 ਹਜ਼ਾਰ। ਹਾਂਜੀ। ਤੇ ਹੁਣ ਤੱਕ ਬਣ ਹੀ ਜਾਂਦੇ ਨੇ ਕੋਈ 14 ਸਾਲ, 14-15 ਸਾਲ। ਇੰਨਾ ਚਿਰ ਹੋ ਗਿਆ। ਤੇ ਤੁਹਾਡਾ ਇੰਨਾ ਤਜਰਬਾ ਹੈ, ਤੁਸੀਂ ਇਹ ਦੱਸੋ ਕਿ ਸਾਲ 'ਚ ਖੁਦਾ ਨਾ ਖਾਸਤਾ ਅੱਲਾ ਨਾ ਕਰੇ ਮੱਝਾਂ ਦੇ ਮਰਨ ਦੀ ਕੀ ਸ਼ਰ੍ਹਾ ਹੈ, ਯਾਨੀ ਸਾਲ 'ਚ ਕਿੰਨੀਆਂ ਕੁ ਮੱਝਾਂ ਮਰ ਜਾਂਦੀਆਂ ਨੇ? ਇਹ ਤੇ ਕੋਈ ਪਤਾ ਨਹੀਂ ਹੁੰਦਾ, ਤੇ 2 ਜਾਂ 1 ਜ਼ਾਇਆ ਹੋ ਜਾਂਦੀ। ਯਾਨੀ ਸ਼ਰ੍ਹਾ ਮੌਤ 1% ਤੇ 2%? ਹਾਂਜੀ। ਠੀਕ ਹੋ ਗਿਆ।
ਤੁਹਾਡੇ ਇਸ ਕੰਮ ਦੇ ਵਿੱਚ ਮਸਾਇਲ ਕਿਹੜੇ-ਕਿਹੜੇ ਨੇ? ਹਰ ਕੰਮ 'ਚ ਮਸਾਇਲ ਹੁੰਦੇ ਨੇ, ਤੁਹਾਨੂੰ ਕਿਹੜਾ ਮਸਲਾ ਪੇਸ਼ ਹੁੰਦਾ ਇਸ ਕੰਮ 'ਚ? ਮਸਾਇਲ ਤੇ ਭਾਈ ਹੁੰਦੇ ਨੇ ਨਾ ਜੀ ਜੀ। ਜੇ ਬੰਦਾ ਆਪੀ ਹੁਣ ਜੋ ਆਖੇ ਤੇ ਬੰਦਾ ਚੌਰੀ ਬਣ ਕੇ ਰਵੇ ਹਾਂ ਤਾਂ ਫਿਰ ਮਾਲ ਡੰਗਰ ਨਹੀਂ ਰਹਿੰਦਾ। ਅੱਛਾ। ਆਪੀ ਨਾਲ ਚੱਲਣਾ ਪੈਂਦਾ, ਜਿਹੜੇ ਮੁਲਾਜ਼ਮ ਹੁੰਦੇ ਨੇ ਜੀ ਜੀ ਉਹਨਾਂ ਦੇ ਨਾਲ ਵੀ ਚੱਲਣਾ ਪੈਂਦਾ, ਜੋ ਆਪੀ ਖਾਈਏ ਪੀਏ ਉਹਨਾਂ ਨੂੰ ਵੀ ਖਵਾਉਣਾ ਪੈਣਾ। ਠੀਕ ਹੈ। ਜੇ ਆਖੀਏ ਨਾ ਤਾਂ ਅਸੀਂ ਆਪੀ ਹੋਰ ਵੀ ਸ਼ਾਇਦ ਖਾਈਏ ਤੇ ਉਹਨਾਂ ਨੂੰ ਖਵਾਈਏ ਨਾ ਤਾਂ ਉਹ ਨਹੀਂ ਰਹਿੰਦੇ ਕੋਈ ਵੀ। ਜੇ ਗਾਲਾਂ ਕੱਢੀਏ ਤੇ ਤਾਂ ਵੀ ਨੱਸ ਜਾਂਦੇ ਨੇ। ਠੀਕ ਹੈ, ਯਾਨੀ ਉਹਨਾਂ ਦਾ ਪਿਆਰ ਨਾਲ ਰੱਖਣੇ ਪੈਂਦੇ ਨੇ, ਪਿਆਰ ਨਾਲ ਮੁਹੱਬਤ ਨਾਲ। ਹਾਂਜੀ, ਉਹੋ ਹੀ ਸਲੂਕ ਕਰਨਾ ਪੈਂਦਾ ਜਿਹੜਾ ਆਪਣੇ ਨਾਲ ਹੁੰਦਾ। ਹੁਣ ਸਾਡੇ ਕੋਲ ਬੰਦੇ ਨੇ 5 ਜਾਂ 6 ਹੁੰਦੇ। ਅੱਛਾ। ਤੇ ਇਹਨਾਂ ਨੂੰ ਅਰਸਾ ਹੋ ਗਿਆ, ਕਈਆਂ ਨੂੰ ਵਿੱਚ 4-4 ਸਾਲ ਹੋ ਗਏ ਨੇ ਆਇਆ, ਕਈਆਂ ਨੂੰ 5-5 ਸਾਲ ਹੋ ਗਏ ਨੇ, ਇੱਕ ਬੰਦਾ ਹੁਣ ਉਹਨੂੰ 6 ਸਾਲ ਹੋ ਗਏ ਨੇ ਵਿੱਚ ਆਇਆ। ਠੀਕ ਹੈ ਠੀਕ ਹੈ। ਤੇ ਨਹੀਂ ਜਾਂਦੇ? ਨਹੀਂ ਜਾਂਦੇ। ਉਹਦੀ ਵਜ੍ਹਾ ਕੀ ਹੈ? ਤੁਸੀਂ ਨਾਲ ਆਪ ਹੀ ਕੰਮ ਕਰਦੇ? ਆਪ ਹੀ ਨਾਲ ਕੰਮ ਅਸੀਂ ਸਾਰੇ ਕਰਦੇ, ਪਿਆਰ ਨਾਲ ਉਹਨਾਂ ਨੂੰ ਟ੍ਰੀਟ ਕਰਦੇ ਹੋ, ਗਾਲਾਂ ਨਹੀਂ ਕੱਢਦੇ? ਨਹੀਂ ਨਹੀਂ। ਠੀਕ ਹੋ ਗਿਆ। ਜਿਵੇਂ ਉਹਨਾਂ ਮਜ਼ਾਕ ਕਰ ਲੈਣਾ, ਹਮ ਮਜ਼ਾਕ ਕਰ ਲੈਣਾ, ਕਿਸੇ ਨੇ ਗੁੱਸਾ ਨਹੀਂ ਕਰਨਾ। ਭੈਣ ਭਰਾਵਾਂ ਨੂੰ ਰੱਖਿਆ ਹੈ। ਹਾਂਜੀ ਠੀਕ ਹੈ, ਬੜੀ ਅੱਛੀ ਗੱਲ ਹੈ ਜੀ। ਬੰਦਿਆਂ ਨੂੰ ਪਿਆਰ ਮੁਹੱਬਤ ਨਾਲ ਡੀਲ ਕਰੋ। ਵੈਸੇ ਵੀ ਸਾਡਾ ਇਸਲਾਮ ਵੀ ਸਾਨੂੰ ਇਹੋ ਹੀ ਦਰਸ ਦਿੰਦਾ ਕਿ ਤੁਸੀਂ ਮੁਲਾਜ਼ਮਾਂ ਨੂੰ ਵੀ ਉਹੀ ਅਹਿਮੀਅਤ ਦਿਓ ਜਿਹੜੀ ਆਪਣੇ ਆਪ ਨੂੰ ਦਿੰਦੇ ਹੋ, ਕਿਉਂਕਿ ਉਹ ਵੀ ਇਨਸਾਨ ਨੇ। ਵੇਖੋ ਨਾ, ਇੱਕ ਬੰਦਾ ਆਇਆ ਹੁਣ ਪ੍ਰਦੇਸ਼ 'ਚ ਹੀ ਆਇਆ ਨਾ ਜੀ ਜੀ, ਉਹਦੇ ਨਾਲ ਬੰਦਾ ਇਸ ਰੁੱਖ ਘਰੇ ਆਣ ਕੇ ਇੱਥੇ ਹਾਂ ਤੇ ਬੰਦੇ ਨੂੰ ਅੱਛੀ ਗੱਲ ਨਹੀਂ ਲੱਗਦੀ, ਦਿਲ ਨਹੀਂ ਲੱਗਦਾ ਕਿਸੇ ਦਾ। ਠੀਕ ਹੋ ਗਿਆ, ਠੀਕ ਹੈ, ਜ਼ਬਰਦਸਤ ਗੱਲ ਤੁਸੀਂ ਦੱਸੀਏ। ਨਸਲਾਂ ਦੇ ਬਾਰੇ 'ਚ ਦੱਸੋ ਕਿ ਕਿਹੜੀ ਨਸਲ ਦੇ ਜਾਨਵਰ ਨੇ ਤੁਹਾਡੇ ਕੋਲ? ਸਾਡੇ ਕੋਲ ਕਾੜੇ ਦੇ ਜੇ। ਠੀਕ ਹੈ। ਸਾਹੀਵਾਲ ਦੇ। ਠੀਕ ਹੈ। ਆਰਫ ਦੇ। ਅੱਛਾ। ਤੇ ਨੂਰ ਸ਼ਾਹ ਦੇ। ਠੀਕ ਹੈ। ਤੁਹਾਡੇ ਹਾਲ 'ਚ ਕਿਹੜੇ ਇਲਾਕੇ ਦੀ ਮੱਝ? ਐਵੇਂ ਹੀ ਬੰਦੇ ਆਂਦੇ ਨੇ ਪਏ ਆ ਸਾਡੇ ਕੋਲ, ਨੀਲੀ ਦੀਆਂ ਨੇ, ਫਲਾਣੀ ਦੀਆਂ ਨੇ, ਉਂਝ ਹੀ ਬੰਦੇ ਪਏ ਆਂਦੇ ਨੇ ਤੇ ਨੀਲੀ ਚੋਂ ਹਾਂ ਦੀਆਂ ਨੇ। ਨੀਲੀ ਚੋਂ ਮੈਂ ਹੀ ਨਹੀਂ ਐਡੀ ਕਾਲੀ ਕੋਈ ਵੀ ਲਿਆਉਂਦਾ ਜਾ ਕੇ। ਠੀਕ ਹੈ। ਤੁਸੀਂ ਇਹ ਦੱਸੋ ਕਿ ਤੁਹਾਡੀਆਂ ਜਿਹੜੀਆਂ ਮੱਝਾਂ ਨੇ ਇਹਨਾਂ 'ਚੋਂ ਕਿਹੜੇ ਇਲਾਕੇ ਦੀ ਮੱਝ ਅੱਛੀ ਹੈ? ਸਾਡੇ ਕੋਲ ਜਿਹੜੀਆਂ ਮਈਆਂ ਨੇ ਉਹਨਾਂ ਕੋਲ ਨੂਰ ਸ਼ਾਹ ਦੀਆਂ ਤੇ ਕਾਲੇ ਦੀਆਂ ਮਈਆਂ ਅੱਛੀਆਂ। ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਕੁ ਦੁੱਧ ਦੇ ਛੱਡਦੀਆਂ? 14 ਸਿਰ, 13 ਸਿਰ, 15 ਸਿਰ, ਇਹਨਾਂ ਮਈਆਂ ਦੂਰੇ ਟੱਕ। 17 ਕਿਲੋ ਜਿਹੜੀ ਤੁਸੀਂ ਕਹਿ ਰਹੇ ਹੋ ਅੱਗੇ, ਉਹ ਕਿਹੜੇ ਇਲਾਕੇ ਦੀ ਮੱਝ? ਉਹ ਆਰਫ ਵਾਲੇ ਦੀ। ਆਰਫ ਵਾਲੇ ਦੀ। ਭਾਈਜਾਨ ਤਲਾਬ ਤੇ ਕਿੰਨਾ ਖਰਚਾ ਆਇਆ ਸੀ? 4 ਲੱਖ ਦੇ ਕਰੀਬ ਆ ਗਿਆ। 4 ਲੱਖ ਜੀ। ਪੱਕਾ ਇਹ ਥੱਲੋਂ ਕੀ ਕੱਚਾ? ਨਹੀਂ ਪੱਕਾ ਬਿਲਕੁਲ ਲੈਂਟਰ ਪਾਇਆ 6 ਇੰਚ। ਤੁਹਾਡੇ ਹਾਲ 'ਚ ਥੱਲੋਂ ਕੱਚਾ ਹੋਣਾ ਚਾਹੀਦਾ ਪੱਕਾ? ਪੱਕਾ। ਉਹਦਾ ਕੀ ਫਾਇਦਾ? ਭਾਜੀ ਪੱਕਾ ਪਾੜਦਾ ਨਹੀਂ, ਕੱਚਾ ਜਿਹੜਾ ਹੁੰਦਾ ਖੁੱਬਦੀਆਂ ਰਹਿੰਦੀਆਂ ਨੇ ਮੱਝਾਂ। ਠੀਕ ਹੈ, ਯਾਨੀ ਤਲਾਬ ਪੱਕਾ ਹੋਣਾ ਚਾਹੀਦਾ। ਤਲਾਬ ਪੱਕਾ। ਇਹ 'ਚ ਕਿੰਨੀਆਂ ਨਹਾ ਸਕਦੀਆਂ ਨੇ? ਕੀ ਇਹਦੀ ਲੰਬਾਈ ਚੜਾਈ? ਇਹ ਜਗ੍ਹਾ ਤਕਰੀਬਨ 2.5 ਮਰਲੇ। ਅੱਛਾ। ਇਹਦੇ 'ਚ ਕਮ ਸੇ ਕਮ 35 ਮਈਆਂ ਪੈਂਦੀਆਂ ਨੇ ਖੁੱਲੀਆਂ ਡੁੱਲੀਆਂ। ਸੋ ਕਿ ਸ਼ੈੱਡ ਡਿਜ਼ਾਈਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਹਾਡੇ? ਸ਼ੈੱਡ ਡਿਜ਼ਾਈਨ ਦੀ ਕੀ ਖੂਬੀ ਹੈ? ਸ਼ੈੱਡ ਡਿਜ਼ਾਈਨ ਦਾ ਖੂਬੀ ਹੈ ਹੋਣੀ ਚਾਹੀਦੀ ਹੈ ਤੇ ਉੱਥੇ ਕੋ ਬਣਨਾ ਚਾਹੀਦਾ ਜਿੱਥੇ ਕੋ ਧੁੱਪ ਵੀ ਡੰਗਰ ਨੂੰ ਲੱਭੇ। ਠੀਕ ਹੈ। ਥਾਂ ਸੁੱਕਾ ਲੱਭੇ। ਠੀਕ ਹੈ। ਫਿਰ ਡੰਗਰ ਜਿਹੜਾ ਖੁਸ਼ ਰਹਿੰਦਾ। ਠੀਕ। ਅੱਛਾ ਭਾਈ ਇਹ ਦੱਸੋ ਕਿ ਸ਼ੈੱਡ ਦੀ ਛੱਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਪੱਕੀ ਹੋਣੀ ਚਾਹੀਦੀ, ਕੱਚੀ ਹੋਣੀ ਚਾਹੀਦੀ ਹੈ? ਛੱਤ ਤੇ ਵੇਖੋ ਨਾ ਅੱਗੋਂ ਹਿਸਾਬ ਲਾ ਲਓ, ਉਹੀ ਠੰਡੀ ਜੇ ਵੇਖੀਏ ਤੇ ਫਿਰ ਕੱਚੀ ਹੀ ਛੱਤ। ਠੀਕ ਹੈ। ਤੇ ਜੇ ਆਪਣੀ ਸਹੂਲਤ ਵੀ ਵੇਖਣੀ ਹੋਏ, ਜੇ ਲਿੰਬੀ ਲੁੰਬੀ ਹੋਏ ਠੀਕ ਹੈ, ਜੇ ਆਪਣੀ ਸਹੂਲਤ ਵੇਖਣੀ ਹੋਏ ਚਾਹੀਦੀ ਫਿਰ ਪੱਕੀ ਠੀਕ। ਬੰਦੇ ਨੂੰ ਟਾਈਮ ਜ਼ਾਇਆ ਨਹੀਂ ਹੁੰਦਾ। ਜੇ ਕੋਈ ਬਾਰਿਸ਼ਾਂ ਹੋਣ, ਕੱਚੀ ਛੱਤ ਚੋਣ ਲੱਗ ਪਏ ਤੇ ਤੁਸੀਂ ਉਹ ਛੱਤ ਸੰਭਾਲੋਗੇ, ਜਾਨਵਰ ਸੰਭਾਲੋਗੇ, ਡੰਗਰ ਨੂੰ ਜਿਹੜਾ ਨਾ ਨੁਕਸਾਨ ਹੁੰਦਾ। ਠੀਕ ਹੈ ਭਾਈ ਇਹ ਦੱਸੋ ਕਿ ਛੋਟਾ ਕੱਟੀ ਜਾਂ ਕੱਟਾ ਕਿਸ ਉਮਰ ਦਾ ਵੇਚਣਾ ਚਾਹੀਦਾ ਹੈ? ਭਾਈ ਵੇਖੋ ਨਾ, ਛੋਟੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦਾ ਵੇਚਣ ਦਾ ਫਾਇਦਾ ਕੋਈ ਨਹੀਂ ਕੋਈ ਵੀ ਹੁੰਦਾ। ਠੀਕ ਹੈ। ਤਕਰੀਬਨ 1.5 ਤੋਂ ਪੌਣੇ 2 ਸਾਲਾਂ ਦਾ ਜਿਹੜਾ ਹੋਏ ਨਾ ਜਾਨਵਰ, ਹਾਂ ਕੱਟੀ ਜਾਂ ਕੱਟਾ, ਹਾਂ ਉਹ ਵੇਚਣਾ ਚਾਹੀਦਾ। ਉਹਦੇ 'ਚ ਮੁਨਾਫਾ ਬਹੁਤ ਹੈ? ਮੁਨਾਫਾ ਹੁੰਦਾ ਹੈ ਜ਼ਿਆਦਾ। ਮੁਨਾਫਾ ਜ਼ਿਆਦਾ ਹੁੰਦਾ? ਹਾਂਜੀ। ਮਤਲਬ ਕਿ ਉਹ ਪਲਣ ਦੀ ਉਮਰ ਹੈ ਉਸ ਦੌਰਾਨ ਕੱਟਾ ਕੱਟੀ ਪਾਲ ਗਿਆ ਹੁੰਦਾ ਹੈ। ਹਾਂਜੀ। ਤੇ ਫਿਰ ਜ਼ਿਆਦਾ ਅਸਲ ਮੁਨਾਫਾ ਤੁਹਾਨੂੰ ਮਿਲ ਜਾਂਦਾ। ਹਾਂਜੀ। ਵਰਨਾ ਕਿਸਾਨਾਂ ਨੂੰ ਮਿਲਦਾ। ਹਾਂਜੀ। ਠੀਕ ਭਾਈ ਇਹ ਦੱਸੋ ਕਿ ਕਿੰਨਾ ਕੁ ਚਾਰਾ ਕਾਸ਼ਤ ਕਰਨਾ ਪੈਂਦਾ ਹੈ ਇੰਨੇ ਜਾਨਵਰਾਂ ਵਾਸਤੇ? ਕਮ ਸੋ ਕਮ ਇੱਕ ਟਾਈਮ ਦਾ ਹਰਾ ਪੱਠਾ ਜਿਹੜਾ ਹੁੰਦਾ ਨਾ 20 ਕਿਲੋ ਮਈ ਨੂੰ ਚਾਹੀਦਾ। 20 ਕਿਲੋ ਚਾਹੀਦਾ? ਹਾਂਜੀ। ਠੀਕ ਹੈ। ਤੇ ਉਹ 'ਚ ਤੂੜੀ ਵੀ ਸ਼ਾਮਲ ਕਰ ਦਿਓ? ਨਹੀਂ, ਨਿਰਾ ਹੀ ਹਰਾ। ਹਾਂਜੀ। ਠੀਕ ਹੈ। ਜਦੋਂ ਪੱਠੇ ਆਮ ਹੋਣ ਨਾ ਉਦੋਂ ਨਿਰੇ ਪਾਈ ਦੇ, ਜਦੋਂ ਪੱਠੇ ਆਮ ਨਾ ਹੋਣ ਤੇ ਉਦੋਂ ਤੂੜੀ ਵਿੱਚ ਪਾ ਲਈ ਦੀ। ਇਸ ਟਾਈਮ ਨਿਰੇ ਹੀ ਨੇ? ਹਾਂਜੀ, ਆਮ ਨੇ ਪੱਠੇ। ਠੀਕ ਹੈ। ਕੁੱਲ ਕਿੰਨਾ ਚਾਰਾ ਤੁਸੀਂ ਬੀਜਦੇ ਹੋ? ਅਸੀਂ 10 ਕਿੱਲੇ ਬੀਜਦੇ ਜੇ। 10 ਤੋਂ 15 ਕਿੱਲੇ? ਹਾਂਜੀ। 10 ਤੋਂ 15 ਕਿੱਲੇ ਨਾਲ ਕਾਫੀ ਹੋ ਜਾਂਦਾ ਗੁਜ਼ਾਰਾ? ਹਾਂਜੀ। 6 ਮਹੀਨੇ 15 ਕਿੱਲੇ ਕਾਫੀ? ਹਾਂਜੀ। ਠੀਕ ਹੈ। ਤੂੜੀ ਕਿੰਨੀ ਸਟਾਕ ਰੱਖੀ ਹੁੰਦੀ ਜੇ? ਤੂੜੀ ਤਾਂ ਭਾਈ ਜਦੋਂ ਮੁੱਕ ਜੇ ਉਦੋਂ ਸਟਾ ਲਈ ਦੀ ਹੈ। 2 ਟਰਾਲੇ ਸਟਾ ਲਈਏ, 3 ਸਟਾ ਲਈਏ। ਠੀਕ ਹੈ। 200-250 ਮਣ ਦਾ ਇੰਨੇ ਦਾ ਟਰਾਲਾ ਹੁੰਦਾ। ਜਦੋਂ ਮੁੱਕ ਜੇ ਉਦੋਂ ਸਟਾ ਲਈਏ? ਹਾਂਜੀ। ਠੀਕ ਹੈ। ਅੱਜ ਕੱਲ੍ਹ ਤੂੜੀ ਦਾ ਕੀ ਰੇਟ ਮਿਲਦਾ ਇੱਥੇ? 600 ਰੁਪਏ। 600 ਰੁਪਏ? ਹਾਂਜੀ। ਅਗਰ ਕਿਤੇ ਬੰਦੇ ਨੇ ਕੋਈ ਮਾਲੂਮਾਤ ਲੈਣੀਆਂ ਹੋਣ ਜਾਂ ਉਹਨੇ ਮੱਝਾਂ ਲੈਣੀਆਂ ਹੋਣ, ਕਿਆ ਤੁਹਾਡੇ ਨਾਲ ਰਾਬਤਾ ਕਰ ਸਕਦੇ? ਹਾਂਜੀ, ਕਰ ਲੈ। ਕੀ ਤੁਹਾਡਾ ਨੰਬਰ?
नंबर 0344 जी 060 जी 3827। बहुत शुक्रिया भाई। तो जी नाज़रीन, उम्मीद है आपको वीडियो अच्छी लगी होगी। अगर आपको वीडियो अच्छी लगी हो तो इसको लाइक और शेयर करना मत भूलिए। और अगर आप चाहते हैं कि वीडियोस मज़ीद बेहतर हों तो आप अपनी मुफीद आरा से हमें ज़रूर नवाजें। इंशाल्लाह हम इसको बेहतर बनाने की कोशिश करेंगे। चैनल को सब्सक्राइब करके बेल आइकन दबाना मत भूलिए। आज की वीडियो में इतना ही। इंशाल्लाह फिर मिलेंगे एक नई वीडियो के साथ। तब तक के लिए अल्लाह हाफिज़।